और चलाया सी जी मंदिर प्रवेश अंदोलन और 1927 तो लैके 35 तक 3 अंदोलन किए सन जी। दूजी गोल मैच कानफ्रेंस 1931 ਵਿੱਚ ਭੀਮ ਰਾਓ ਅੰਬੇਦਕਰ ਨੇ ਕੀ ਮੰਗ ਕੀਤੀ ਸੀ? ਤਾਂ ਉਹਨਾਂ ਨੇ ਮੰਗ ਕੀਤੀ ਸੀ ਕਿ ਨੀਵੀਆਂ ਜਾਤੀਆਂ ਨੂੰ ਰਾਜਨੀਤਿਕ ਅਧਿਕਾਰ ਦਿੱਤੇ ਜਾਣ। ਭੀਮ ਰਾਓ ਅੰਬੇਦਕਰ ਨੇ ਕਿਹੜੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ? ਤਾਂ ਉਹਨਾਂ ਨੇ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਤੇ ਸਮਾਜ ਸੰਮਤ ਸੰਘ ਦੀ ਸਥਾਪਨਾ ਕੀਤੀ। ਭੀਮ ਰਾਓ ਅੰਬੇਦਕਰ ਕਿਹੜੇ ਸਮਾਚਾਰ ਪੱਤਰ ਪ੍ਰਕਾਸ਼ਿਤ ਕੀਤੇ? ਤਾਂ ਉਹਨਾਂ ਨੇ ਮੂਨ ਨਾਇਕ, ਬਹਿਸ਼ਕ੍ਰਿਤ ਭਾਰਤ ਤੇ ਜਨਤਾ। ਸੋ ਇਹ ਤਿੰਨ ਜਿਹੜੇ ਸਮਾਚਾਰ ਪੱਤਰ ਸੀ ਉਹ ਪ੍ਰਕਾਸ਼ਿਤ ਕੀਤੇ। ਡਾਕਟਰ ਭੀਮ ਰਾਓ ਅੰਬੇਦਕਰ ਨੇ ਕਦੋਂ ਅਤੇ ਕਿਸ ਪਾਰਟੀ ਦੀ ਸਥਾਪਨਾ ਕੀਤੀ? ਤਾਂ ਉਹਨਾਂ ਨੇ ਅਕਤੂਬਰ 1936 ਵਿੱਚ ਇੰਡੀਪੈਂਡੈਂਟ ਲੇਬਰ ਪਾਰਟੀ ਆਫ ਇੰਡੀਆ ਦੀ ਸਥਾਪਨਾ ਕੀਤੀ ਸੀ ਜੀ। ਇੰਪੋਰਟੈਂਟ ਹੈ ਜੀ ਇਹ ਵੀ। ਮਹਾਤਮਾ ਗਾਂਧੀ ਜੀ ਨੇ ਅਛੂਤ, ਪੰਜਵਾਂ, ਪ੍ਰੀਹਾ ਆਦਿ ਸ਼ਬਦ ਦੀ ਥਾਂ ਕਿਹੜਾ ਸ਼ਬਦ ਵਰਤਿਆ? ਹਰੀਜਨ ਸ਼ਬਦ ਵਰਤਿਆ ਸੀ ਜੀ, ਜਿਸ ਦਾ ਅਰਥ ਹੈ ਈਸ਼ਵਰ ਦੇ ਬੱਚੇ। ਨੀਵੀਆਂ ਜਾਤੀਆਂ ਦੇ ਸੁਧਾਰ ਲਈ ਮਹਾਤਮਾ ਗਾਂਧੀ ਨੇ ਸਪਤਾਹਿਕ ਪੱਤਰ ਕਦੋਂ ਸ਼ੁਰੂ ਕੀਤਾ? 11 ਫਰਵਰੀ 1933 ਨੂੰ। ਮਹਾਤਮਾ ਗਾਂਧੀ ਜੀ ਨੇ ਕਦੋਂ ਅਤੇ ਕਿੱਥੇ ਹਰੀਜਨ ਦੀ ਭਲਾਈ ਲਈ ਦੌਰਾ ਕੀਤਾ? ਤਾਂ ਉਹਨਾਂ ਨੇ 7 ਨਵੰਬਰ 1933 ਨੂੰ ਵਾਰਦਾ ਤੋਂ ਜਿਹੜਾ ਹੈ ਹਰੀਜਨਾਂ ਦੀ ਭਲਾਈ ਲਈ ਦੌਰਾ ਸ਼ੁਰੂ ਕੀਤਾ ਸੀ। ਗਾਂਧੀ ਜੀ ਨੇ ਅਛੂਤ ਪ੍ਰਥਾ ਦੇ ਵਿਰੋਧ ਵਿੱਚ ਹੋਰ ਕਿਸ ਅੰਦੋਲਨ ਵਿੱਚ ਹਿੱਸਾ ਲਿਆ? ਤਾਂ ਉਹਨਾਂ ਨੇ ਵੈਕੋਸ ਸੱਤਿਆਗ੍ਰਹਿ, ਜੋ ਕਿ ਪਰਿਆਰ ਰਾਮਾ ਜੀ ਦੁਆਰਾ ਚਲਾਇਆ ਗਿਆ ਸੀ, ਉਸ ਦੇ ਵਿੱਚ ਵੀ ਹਿੱਸਾ ਲਿਆ ਜੀ। ਕਿਹੜੀਆਂ ਚੋਣਾਂ ਵਿੱਚ ਨੀਵੀਆਂ ਜਾਤਾਂ ਨੇ ਰਾਖਵੀਆਂ ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ? ਤਾਂ 1937 ਦੀਆਂ ਜਿਹੜੀਆਂ ਪ੍ਰੈਜ਼ੀਡੈਂਸੀ ਦੇ ਇਲੈਕਸ਼ਨ ਹੋਏ ਸੀ ਉਸ ਦੇ ਵਿੱਚ ਪ੍ਰੈਜ਼ੀਡੈਂਸੀ ਦੀ ਲੈਜਿਸਲੇਟਿਵ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਹੈ ਨੀਵੀਆਂ ਜਾਤਾਂ ਦੀਆਂ ਰਾਖਵੀਆਂ ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਜੀ। ਸਰਵ ਭਾਰਤੀ ਛੂਆਛੂਤ ਮੈਨੀਫੈਸਟੋ ਕਦੋਂ ਪਾਸ ਹੋਇਆ? 1918 ਦੇ ਵਿੱਚ। ਜਾਤੀ ਕੱਟੜਤਾ ਕਿਸ ਕਾਲ ਵਿੱਚ ਵਧੀ? ਗੁਪਤ ਕਾਲ ਦੇ ਵਿੱਚ। ਆਰੀਆ ਇਸਤਰੀ ਸਭਾ ਦੀ ਨੀਂਹ ਕਿਸ ਨੇ ਰੱਖੀ? ਰਾਮਾ ਬਾਈ ਨੇ ਜੀ। ਨੈਕਸਟ ਹੈ ਜੀ ਰਾਸ਼ਟਰੀ ਅੰਦੋਲਨ, ਸੋ ਨੈਸ਼ਨਲ ਮੂਵਮੈਂਟ। ਫਸਟ ਕੁਐਸਚਨ ਹੈ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ? ਤਾਂ 28 ਦਸੰਬਰ 1885 ਈਸਵੀ ਨੂੰ ਮੁੰਬਈ ਦੇ ਵਿੱਚ ਹੋਈ ਔਰ ਇਸ ਦੀ ਜਿਹੜੀ ਸਥਾਪਨਾ ਕੀਤੀ ਸੀ ਉਹ ਕੀਤੀ ਸੀ ਜੀ A.O. ਹਿਊਮ ਨੇ। ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਕਦੋਂ ਹੋਇਆ? 29-30 ਦਸੰਬਰ 1885 ਨੂੰ ਪਹਿਲਾ ਸਮਾਗਮ ਹੋਇਆ ਸੀ ਜੀ। ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਕਿੱਥੇ ਹੋਇਆ? ਪਹਿਲਾ ਹੋਇਆ ਸੀ ਜੀ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਮੁੰਬਈ ਦੇ ਵਿੱਚ। ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸਭਾਪਤੀ ਕੌਣ ਸਨ? ਪਹਿਲੇ ਸਭਾਪਤੀ ਸੀ ਜੀ ਵੋਮੇਸ਼ ਚੰਦਰ ਬੈਨਰਜੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸਮਾਗਮ ਵਿੱਚ ਕਿੰਨੇ ਪ੍ਰਤੀਨਿਧੀਆਂ ਨੇ ਭਾਗ ਲਿਆ? ਤਾਂ ਵੱਖ-ਵੱਖ ਪ੍ਰਾਂਤਾਂ ਦੇ 72 ਪ੍ਰਤੀਨਿਧੀਆਂ ਨੇ ਭਾਗ ਲਿਆ ਸੀ ਜੀ। 1885 ਤੋਂ 1905 ਈਸਵੀ ਤੱਕ ਦੇ ਰਾਸ਼ਟਰਪਤੀ ਯੁੱਗ ਦੇ ਕੀ ਕਿਹਾ ਜਾਂਦਾ ਜੀ? ਉਦਾਰਵਾਦੀ ਯੁੱਗ ਕਿਹਾ ਜਾਂਦਾ ਹੈ। ਨੈਕਸਟ ਹੈ ਜੀ ਬੰਗਾਲ ਦੀ ਵੰਡ ਕਦੋਂ ਹੋਈ? 1905 ਦੇ ਵਿੱਚ ਹੋਈ ਸੀ ਔਰ 1911 ਦੇ ਵਿੱਚ ਇਹ ਰੱਦ ਕਰ ਦਿੱਤੀ ਗਈ ਸੀ। ਵੰਡ ਕੀਤੀ ਕਿਸ ਨੇ ਸੀ? ਲਾਰਡ ਕਰਜ਼ਨ ਨੇ ਜੀ। ਔਰ ਵੰਡ ਦਾ ਆਧਾਰ ਕੀ ਸੀ? ਧਰਮ ਦੇ ਆਧਾਰ 'ਤੇ ਜਿਹੜੀ ਵੰਡ ਆ ਉਹ ਕੀਤੀ ਗਈ ਸੀ। ਬੰਗਾਲ ਦੀ ਵੰਡ ਸਮੇਂ ਉਸ ਵਿੱਚ ਕਿਹੜੇ-ਕਿਹੜੇ ਇਲਾਕੇ ਸ਼ਾਮਲ ਸਨ? ਬੰਗਾਲ, ਬਿਹਾਰ ਅਤੇ ਉੜੀਸਾ। ਸੋ ਇਹ ਤਿੰਨਾਂ ਦੇ ਜਿਹੜੇ 3 ਪ੍ਰਾਂਤ ਬਣਾਏ ਗਏ ਸੀ ਜੀ ਬੰਗਾਲ ਦੀ ਵੰਡ ਕਰਕੇ। ਬੰਗਾਲ ਦੀ ਵੰਡ ਦਾ ਮੁੱਖ ਉਦੇਸ਼ ਕੀ ਸੀ? ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿੱਚ ਫੁੱਟ ਪਵਾਉਣੀ ਜੀ। ਬੰਗਾਲ ਦੀ ਵੰਡ ਤੋਂ ਬਾਅਦ ਕਿਹੜਾ ਅੰਦੋਲਨ ਚੱਲਿਆ? ਸਵਦੇਸ਼ੀ ਤੇ ਬਾਈਕਾਟ ਜੀ। ਸਵਦੇਸ਼ੀ ਤੇ ਬਾਈਕਾਟ ਅੰਦੋਲਨ ਦੀ ਅਗਵਾਈ ਕਿਸ ਨੇ ਕੀਤੀ? ਸੁਰਿੰਦਰ ਨਾਥ ਬੈਨਰਜੀ, ਵਿਪਨ ਚੰਦਰਪਾਲ ਤੇ ਬਾਲ ਗੰਗਾਧਰ ਤਿਲਕ ਨੇ। ਕਈ ਵਾਰੀ ਕੁਐਸਚਨ ਹੁੰਦਾ ਬਾਲ ਪਾਲ ਲਾਲ ਤੋਂ ਕੀ ਭਾਵ ਹੈ? ਤਾਂ ਬਾਲ ਪਾਲ ਤੋਂ ਭਾਵ ਕੀ ਹੈ? ਬਾਲ ਤੋਂ ਭਾਵ ਹੈ ਬਾਲ ਗੰਗਾਧਰ ਤਿਲਕ ਔਰ ਪਾਲ ਤੋਂ ਵਿਪਨ ਚੰਦਰਪਾਲ ਤੇ ਲਾਲ ਤੋਂ ਲਾਲਾ ਲਾਜਪਤ ਰਾਏ। ਇਸ ਅੰਦੋਲਨ ਵਿੱਚ ਕਿਹੜੀਆਂ ਵਸਤਾਂ ਦਾ ਬਾਈਕਾਟ ਕੀਤਾ ਗਿਆ? ਇੰਗਲੈਂਡ ਵਿੱਚ ਬਣੇ ਕੱਪੜੇ ਤੇ ਖੰਡ ਦਾ। ਉਗਰਵਾਦ ਦਾ ਜਨਮ ਗਰਮਦਲੀਆਂ ਦਾ ਸਮਾਂ ਕਿਹੜਾ ਹੈ? 1905 ਤੋਂ ਲੈ ਕੇ 1919 ਤੱਕ ਦਾ ਜਿਹੜਾ ਸਮਾਂ ਹੈ ਉਸ ਨੂੰ ਗਰਮਦਲੀਆਂ ਜਾਂ ਉਗਰਵਾਦੀਆਂ ਦਾ ਸਮਾਂ ਕਿਹਾ ਜਾਂਦਾ ਜੀ। ਕਿਹੜੇ ਨੇਤਾਵਾਂ ਨੇ ਉਗਰਵਾਦੀ ਅੰਦੋਲਨ ਸ਼ੁਰੂ ਕੀਤਾ? ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਤੇ ਵਿਪਨ ਚੰਦਰ ਪਾਲ। ਸੋ ਇਹ ਸੀ ਜੀ ਆਪਣੇ ਬਾਲ ਪਾਲ ਤੇ ਲਾਲ। ਕਿਸ ਨੇ ਕਿਹਾ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਤੇ ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਂਗੇ ਜੀ? ਇਹ ਸ਼ਬਦ ਸੀ ਜੀ ਬਾਲ ਗੰਗਾਧਰ ਤਿਲਕ ਦੇ, ਇੰਪੋਰਟੈਂਟ ਨੇ। ਕਿਸ ਨੇ ਕਿਹਾ ਅਸੀਂ ਅੰਗਰੇਜ਼ਾਂ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ, ਅਸੀਂ ਭਾਰਤ ਵਿੱਚ ਆਪਣੀ ਸਰਕਾਰ ਚਾਹੁੰਦੇ ਹਾਂ? ਇਹ ਸ਼ਬਦ ਕਹੇ ਸੀ ਜੀ ਵਿਪਨ ਚੰਦਰ ਪਾਲ ਨੇ। ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? ਇਹ ਹੋਈ ਸੀ ਜੀ 30 ਦਸੰਬਰ 1906 ਨੂੰ ਢਾਕਾ ਦੇ ਵਿੱਚ। ਜੇਕਰ ਪੁੱਛਿਆ ਜਾਏ ਮੁਸਲਿਮ ਲੀਗ ਦੀ ਸਥਾਪਨਾ ਕਿੱਥੇ ਹੋਈ ਸੀ? ਢਾਕਾ ਦੇ ਵਿੱਚ। ਕਦੋਂ ਹੋਈ ਸੀ? 1906 ਦੇ ਵਿੱਚ। ਮੁਸਲਿਮ ਲੀਗ ਦੀ ਮੁੱਖ ਮੰਗ ਕੀ ਸੀ? ਮੁਸਲਮਾਨਾਂ ਲਈ ਵੱਖਰਾ ਚੋਣ ਮੰਡਲ ਸਥਾਪਿਤ ਕੀਤਾ ਜਾਵੇ। ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਫੁੱਟ ਕਦੋਂ ਪਈ? 1907 ਈਸਵੀ ਦੇ ਵਿੱਚ ਸੂਰਤ ਸਮਾਗਮ ਦੇ ਵਿੱਚ ਜਿਹੜੀ ਹੈ 2 ਹਿੱਸਿਆਂ ਦੇ ਵਿੱਚ ਵੰਡੀ ਗਈ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ। ਫੁੱਟ ਤੋਂ ਬਾਅਦ 2 ਮੁੱਖ ਧੜੇ ਆਏ ਸੀ ਜੀ, ਨਰਮ ਦਲ ਅਤੇ ਗਰਮ ਦਲ।
ਨਰਮ ਦਲ ਤੇ ਗਰਮ ਦਲ ਦੇ ਵਿੱਚ ਦੁਬਾਰਾ ਜਿਹੜਾ ਸਮਝੌਤਾ ਹੋਇਆ ਸੀ ਉਹ 1916 ਦੇ ਵਿੱਚ ਸੀ। 1907 ਚ ਵੰਡ ਹੋਈ ਔਰ ਉਸ ਤੋਂ ਬਾਅਦ ਜਿਹੜਾ 1916 ਦੇ ਵਿੱਚ ਸਮਝੌਤਾ। ਗਰਮ ਦਲ ਦੇ ਮੁੱਖ ਕੇਂਦਰ ਕਿਹੜੇ ਸਨ? ਮਹਾਰਾਸ਼ਟਰ, ਪੰਜਾਬ ਤੇ ਬੰਗਾਲ ਗਰਮ ਦਲ ਦੇ ਮੁੱਖ ਕੇਂਦਰ ਸੀ। ਔਰ ਗਦਰ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? ਲਾਲਾ ਹਰਦਿਆਲ ਜੀ ਨੇ। ਗਦਰ ਪਾਰਟੀ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ? 1913 ਦੇ ਵਿੱਚ ਹੋਈ ਸੀ ਜੀ ਗਦਰ ਪਾਰਟੀ ਦੀ ਸਥਾਪਨਾ ਅਮਰੀਕਾ ਦੇ ਵਿੱਚ। ਔਰ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸੋਹਣ ਸਿੰਘ ਭਕਨਾ ਸੀ ਜੀ। ਗਦਰ ਪਾਰਟੀ ਨੇ ਕਿਹੜਾ ਅਖਬਾਰ ਕੱਢਿਆ ਤੇ ਸੰਪਾਦਕ ਕੌਣ ਸੀ? ਗਦਰ ਅਖਬਾਰ ਕੱਢਿਆ ਸੀ ਜੀ ਗਦਰ ਪਾਰਟੀ ਨੇ, ਔਰ ਉਹਦੇ ਸੰਪਾਦਕ ਜਿਹੜੇ ਸੀ ਉਹ ਲਾਲਾ ਹਰਦਿਆਲ ਜੀ ਸੀ। ਬਾਲ ਗੰਗਾਧਰ ਤਿਲਕ ਨੇ ਕਿਹੜਾ ਅਖਬਾਰ ਕੱਢਿਆ ਸੀ ਜੀ? ਕੇਸਰੀ। ਹੋਮ ਰੂਲ ਅੰਦੋਲਨ ਕਦੋਂ ਅਤੇ ਕਿਸ ਨੇ ਸ਼ੁਰੂ ਕੀਤਾ? ਹੋਮ ਰੂਲ ਜਿਹੜਾ ਅੰਦੋਲਨ ਹੈ 1916 ਈਸਵੀ ਦੇ ਵਿੱਚ ਸ਼੍ਰੀਮਤੀ ਐਨੀ ਬਸੈਂਟ ਨੇ ਤੇ ਬਾਲ ਗੰਗਾਧਰ ਤਿਲਕ ਜੀ ਨੇ ਸ਼ੁਰੂ ਕੀਤਾ। ਹੋਮ ਰੂਲ ਦਾ ਮੁੱਖ ਉਦੇਸ਼ ਕੀ ਸੀ? ਭਾਰਤੀਆਂ ਲਈ ਸਵਰਾਜ ਦੀ ਮੰਗ ਜੀ। ਨੈਕਸਟ ਹੈ ਜੀ 1909 ਦੇ ਐਕਟ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? 1909 ਦੇ ਐਕਟ ਨੂੰ ਜਿਹੜਾ ਹੈ ਮਾਰਲੇ ਮਿੰਟੋ ਸੁਧਾਰ ਕਿਹਾ ਜਾਂਦਾ ਹੈ ਜੀ। ਅੱਗੇ ਜੀ 1919 ਤੋਂ ਲੈ ਕੇ 47 ਤੱਕ ਅੰਦੋਲਨ। ਫਸਟ ਕੁਐਸਚਨ ਹੈ ਜੀ ਕਿਹੜੇ ਯੁੱਗ ਨੂੰ ਮਹਾਤਮਾ ਗਾਂਧੀ ਦਾ ਯੁੱਗ ਕਿਹਾ ਜਾਂਦਾ? 1919 ਤੋਂ 1947 ਤੱਕ ਦਾ ਜਿਹੜਾ ਯੁੱਗ ਹੈ ਉਸ ਨੂੰ ਮਹਾਤਮਾ ਗਾਂਧੀ ਦਾ ਯੁੱਗ ਕਿਹਾ ਜਾਂਦਾ। ਗਾਂਧੀ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? 2 ਅਕਤੂਬਰ 1869 ਈਸਵੀ ਨੂੰ ਗੁਜਰਾਤ ਪੋਰਬੰਦਰ ਦੇ ਵਿੱਚ ਜੀ। ਔਰ ਗਾਂਧੀ ਜੀ ਦੱਖਣੀ ਅਫਰੀਕਾ ਤੋਂ ਵਾਪਸ ਕਦੋਂ ਭਾਰਤ ਪਰਤੇ? 1915 ਦੇ ਵਿੱਚ। ਰਾਇਲਟ ਐਕਟ ਕਦੋਂ ਪਾਸ ਹੋਇਆ ਸੀ ਜੀ? 1919 ਈਸਵੀ ਦੇ ਵਿੱਚ ਪਾਸ ਹੋਇਆ ਸੀ। ਔਰ ਇਸ ਦੇ ਵਿੱਚ ਕੀ ਸੀ ਕਿ ਸ਼ੱਕ ਦੇ ਆਧਾਰ 'ਤੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਜੀ। ਨਾ ਅਪੀਲ, ਨਾ ਵਕੀਲ, ਨਾ ਦਲੀਲ। ਰਾਇਲਟ ਐਕਟ ਸੰਬੰਧੀ ਇਹ ਸ਼ਬਦ ਕਿਸ ਨੇ ਕਹੇ ਸੀ? ਇਹ ਸ਼ਬਦ ਕਹੇ ਸੀ ਜੀ ਪੰਡਤ ਮੋਤੀ ਲਾਲ ਨਹਿਰੂ ਜੀ ਨੇ। ਸੋ ਰਾਇਲਟ ਐਕਟ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਕਦੋਂ ਪਾਸ ਹੋਇਆ? 1919 ਦੇ ਵਿੱਚ। ਇਹ ਕੁਐਸਚਨ ਆ ਸਕਦਾ ਕਿ ਨਾ ਅਪੀਲ, ਨਾ ਵਕੀਲ, ਨਾ ਦਲੀਲ ਕਿਸ ਐਕਟ ਦੇ ਨਾਲ ਇਹ ਜਿਹੜੇ ਸ਼ਬਦ ਨੇ ਸੰਬੰਧਿਤ ਨੇ? ਰਾਇਲਟ ਐਕਟ ਦੇ ਨਾਲ, ਕਿਉਂਕਿ ਇਸ ਦੇ ਵਿੱਚ ਸੀ ਕਿ ਕਿਸੇ ਵੀ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਜਾ ਸਕਦਾ। ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਕਦੋਂ ਵਾਪਰਿਆ? ਇਹ ਵਾਪਰਿਆ ਸੀ ਜੀ 13 ਅਪ੍ਰੈਲ 1919 ਨੂੰ। ਜੇਕਰ ਪੁੱਛਿਆ ਜਾਏ ਜਲਿਆਂਵਾਲਾ ਬਾਗ ਹੈ ਕਿੱਥੇ ਆ ਤਾਂ ਅੰਮ੍ਰਿਤਸਰ ਦੇ ਵਿੱਚ ਹੈ ਜੀ। ਕੁਐਸਚਨ ਇੱਦਾਂ ਦੇ ਵੀ ਪੁੱਛੇ ਗਏ ਨੇ ਪਹਿਲਾਂ ਵੀ। ਔਰ ਨੈਕਸਟ ਕੁਐਸਚਨ ਹੈ ਜੀ ਖਿਲਾਫਤ ਅੰਦੋਲਨ ਕਿਹਨਾਂ ਵੱਲੋਂ ਚਲਾਇਆ ਗਿਆ? ਭਾਰਤ ਦੇ ਮੁਸਲਮਾਨਾਂ ਵੱਲੋਂ ਖਿਲਾਫਤ ਅੰਦੋਲਨ ਚਲਾਇਆ ਗਿਆ ਸੀ ਜੀ ਤੁਰਕੀ ਦੇ ਖਲੀਫਾ ਦੇ ਗ੍ਰਿਫਤਾਰੀ ਦੇ ਵਿਰੋਧ ਵਿੱਚ। ਨੈਕਸਟ ਹੈ ਜੀ ਖਿਲਾਫਤ ਅੰਦੋਲਨ ਦੇ ਮੁੱਖ ਨੇਤਾ ਕਿਹੜੇ ਸਨ? ਸ਼ੌਕਤ ਅਲੀ, ਮੁਹੰਮਦ ਅਲੀ, ਅਬੁਲ ਕਲਾਮ ਆਜ਼ਾਦ ਤੇ ਅਜ਼ਮਲ ਖਾਂ। ਮਹਾਤਮਾ ਗਾਂਧੀ ਜੀ ਨੇ ਨਾ ਮਿਲਵਰਤਨ ਅੰਦੋਲਨ ਕਦੋਂ ਸ਼ੁਰੂ ਕੀਤਾ? 1920 ਦੇ ਵਿੱਚ। ਕਿ ਨਾਨ ਕੋਆਪਰੇਸ਼ਨ ਮੂਵਮੈਂਟ, ਕਿਸੇ ਤਰ੍ਹਾਂ ਦਾ ਵੀ ਅੰਗਰੇਜ਼ਾਂ ਦੇ ਨਾਲ ਕੋਆਪਰੇਟ ਨਾ ਕਰੋ। ਨੈਕਸਟ ਕੁਐਸਚਨ ਹੈ ਜੀ ਮਹਾਤਮਾ ਗਾਂਧੀ ਜੀ ਨੇ ਕਿਹੜੀ ਉਪਾਧੀ ਵਾਪਸ ਕਰ ਦਿੱਤੀ ਸੀ ਜੀ? ਕੇਸਰ ਹਿੰਦ ਦੀ ਉਪਾਧੀ ਵਾਪਸ ਕੀਤੀ ਸੀ ਜਲਿਆਂਵਾਲੇ ਬਾਗ ਦਾ ਜਿਹੜਾ ਹੱਤਿਆਕਾਂਡ ਹੋਇਆ ਸੀ ਉਸ 'ਤੇ ਮਤਲਬ ਵਿਰੋਧ ਦੇ ਵਿੱਚ ਜੀ। ਨਾ ਮਿਲਵਰਤਨ ਅੰਦੋਲਨ ਕਦੋਂ ਵਾਪਸ ਲੱਗਿਆ? 1922 ਦੇ ਵਿੱਚ ਚੌਰਾ ਚੌਰੀ ਦੀ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਿੱਚ ਚੌਰਾ ਚੌਰੀ ਦੇ ਵਿੱਚ ਇੱਕ ਥਾਣੇ ਦੇ ਵਿੱਚ ਜਿਹੜਾ ਹੈ ਲੋਕਾਂ ਨੇ ਅੱਗ ਲਗਾ ਦਿੱਤੀ ਸੀ, ਜਿਸ ਕਾਰਨ ਕਾਫੀ ਪੁਲਿਸ ਵਾਲੇ ਜਲ ਗਏ ਸੀ, ਜਿਸ ਕਾਰਨ ਜਿਹੜਾ ਇਹ ਅੰਦੋਲਨ ਹੈ ਵਾਪਸ ਲਿਆ ਗਿਆ ਸੀ, ਕਿਉਂਕਿ ਸ਼ਾਂਤਮਈ ਅੰਦੋਲਨ ਚਾਹੁੰਦੇ ਸੀ ਮਹਾਤਮਾ ਗਾਂਧੀ ਜੀ। ਸਵਰਾਜ ਪਾਰਟੀ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ? 1923 ਈਸਵੀ ਦੇ ਵਿੱਚ ਪੰਡਤ ਮੋਤੀ ਲਾਲ ਨਹਿਰੂ ਤੇ C.R. ਦਾਸ ਨੇ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਸੀ। ਗੁਰਦੁਆਰਾ ਸੁਧਾਰ ਲਹਿਰ ਕਦੋਂ ਚੱਲੀ? 1920 ਤੋਂ ਲੈ ਕੇ 1925 ਤੱਕ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਚੱਲੀ। ਨਨਕਾਣਾ ਸਾਹਿਬ ਦਾ ਮੋਰਚਾ ਕਦੋਂ ਅਤੇ ਕਿਸ ਦੀ ਅਗਵਾਈ ਵਿੱਚ ਲੱਗਾ? 20 ਫਰਵਰੀ 1920 ਨੂੰ ਭਾਈ ਲਛਮਣ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਮੋਰਚਾ ਲੱਗਿਆ ਸੀ। ਚਾਬੀਆਂ ਦਾ ਮੋਰਚਾ ਕਦੋਂ ਲੱਗਿਆ? 21 ਨਵੰਬਰ 1921 ਨੂੰ। ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ? 1928 ਨੂੰ ਆਇਆ ਸੀ ਜੀ। ਸਾਈਮਨ ਕਮਿਸ਼ਨ ਦੇ ਕਿੰਨੇ ਮੈਂਬਰ ਸੀ? 7 ਤੋਂ ਮੈਂਬਰ ਸੀ ਜੀ, ਔਰ 7 ਦੇ 7 ਮੈਂਬਰ ਜਿਹੜੇ ਅੰਗਰੇਜ਼ ਸੀ, ਇਸ ਕਰਕੇ ਇਹਦਾ ਵਿਰੋਧ ਹੋਇਆ ਸੀ। ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਹੋਏ ਪੁਲਿਸ ਲਾਠੀਚਾਰਜ ਕਿਸ ਨੇਤਾ ਦੀ ਮੌਤ ਹੋਈ ਸੀ ਜੀ? ਲਾਲਾ ਲਾਜਪਤ ਰਾਏ ਜੀ ਦੀ। ਬੱਬਰ ਅਕਾਲੀ ਲਹਿਰ ਕਦੋਂ ਅਤੇ ਕਿੱਥੇ ਸ਼ੁਰੂ ਹੋਈ? 1921 ਈਸਵੀ ਦੇ ਵਿੱਚ ਹੁਸ਼ਿਆਰਪੁਰ ਪੰਜਾਬ ਦੇ ਵਿੱਚ ਬੱਬਰ ਅਕਾਲੀ ਲਹਿਰ ਸ਼ੁਰੂ ਹੋਈ ਸੀ। ਨੌਜਵਾਨ ਭਾਰਤ ਸਭਾ ਦੀ ਸਥਾਪਨਾ 1926 ਈਸਵੀ ਦੇ ਵਿੱਚ ਹੋਈ ਸੀ ਜੀ, ਔਰ ਸਥਾਪਨਾ ਇਸ ਦੀ ਕੀਤੀ ਸੀ ਜੀ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਭਗਵਤੀ ਚਰਨ ਨੇ। ਨੈਕਸਟ ਹੈ ਜੀ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਕਿਸ ਨੂੰ ਮਾਰਿਆ? ਪੁਲਿਸ ਅਫਸਰ ਸਾਂਡਰਸ ਨੂੰ। ਕਿਸ ਨੇ ਅਤੇ ਕਦੋਂ ਅਸੈਂਬਲੀ ਵਿੱਚ ਬੰਬ ਸੁੱਟਿਆ? ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ 1929 ਈਸਵੀ ਨੂੰ ਜਿਹੜਾ ਹੈ ਅਸੈਂਬਲੀ 'ਤੇ ਬੰਬ ਸੱਟਿਆ ਸੀ ਜੀ। ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਕਦੋਂ ਫਾਂਸੀ ਦਿੱਤੀ ਗਈ? 23 ਮਾਰਚ 1931 ਨੂੰ। ਇੰਡੀਅਨ ਨੈਸ਼ਨਲ ਕਾਂਗਰਸ ਨੇ ਕਦੋਂ ਸਵਰਾਜ ਦਾ ਮਤਾ ਪਾਸ ਕੀਤਾ ਜੀ? 31 ਦਸੰਬਰ 1929 ਨੂੰ ਲਾਹੌਰ ਸਮਾਗਮ ਦੇ ਵਿੱਚ। ਸਵਰਾਜ ਦਾ ਮਤਾ ਪਾਸ ਹੋਣ ਉਪਰੰਤ ਕਦੋਂ ਸਾਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਮਨਾਇਆ ਗਿਆ ਜੀ? 26 ਜਨਵਰੀ 1930 ਨੂੰ ਜੀ। ਸੋ ਇਸੇ ਕਰਕੇ ਸਾਡਾ ਜਿਹੜਾ ਸੰਵਿਧਾਨ ਹੈ ਉਹ ਵੀ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ, ਕਿਉਂਕਿ ਜਿਹੜਾ ਸੁਤੰਤਰਤਾ ਦਿਵਸ ਮਨਾਇਆ ਗਿਆ ਸੀ 26 ਜਨਵਰੀ
1930 ਨੂੰ। ਗਾਂਧੀ ਜੀ ਨੇ ਡਾਂਡੀ ਮਾਰਚ ਕਦੋਂ ਸ਼ੁਰੂ ਕੀਤੀ ਜੀ? 12 ਮਾਰਚ 1930 ਨੂੰ ਸਾਬਰਮਤੀ ਆਸ਼ਰਮ ਤੋਂ ਡਾਂਡੀ ਮਾਰਚ ਸ਼ੁਰੂ ਕੀਤੀ ਸੀ ਜੀ। ਗਾਂਧੀ ਜੀ ਨੇ ਕਿੱਥੇ ਅਤੇ ਕਦੋਂ ਨਮਕ ਕਾਨੂੰਨ ਦੀ ਉਲੰਘਣਾ ਕੀਤੀ? 5 ਅਪ੍ਰੈਲ 1930 ਨੂੰ ਡਾਂਡੀ ਪਿੰਡ ਅਰਬ ਸਾਗਰ ਦੇ ਕੰਢੇ 'ਤੇ ਆ ਜੀ, ਉੱਥੇ ਜਾ ਕੇ ਆਪਣੇ ਹੱਥਾਂ ਨਾਲ ਨਮਕ ਬਣਾ ਕੇ ਜਿਹੜਾ ਹੈ ਨਮਕ ਕਾਨੂੰਨ ਦੀ ਉਲੰਘਣਾ ਕੀਤੀ ਸੀ ਜੀ। ਗਾਂਧੀ ਈਵਰਨ ਸਮਝੌਤਾ ਕਦੋਂ ਹੋਇਆ? 5 ਮਾਰਚ 1931 ਨੂੰ ਜੀ। ਦੂਜੀ ਗੋਲ ਮੇਜ਼ ਕਦੋਂ ਹੋਈ ਜੀ? 1931 ਦੇ ਵਿੱਚ। ਔਰ ਯਾਦ ਰੱਖਣਾ ਸਾਰੀਆਂ ਗੋਲ ਮੇਜ਼ ਕਾਨਫਰੰਸਾਂ ਜਿਹੜੀਆਂ ਲੰਦਨ 'ਚ ਹੋਈਆਂ ਸੀ। ਨੈਕਸਟ ਹੈ ਜੀ 31। ਗਾਂਧੀ ਜੀ ਨੇ ਦੁਬਾਰਾ ਨਾ ਮਿਲਵਰਤਨ ਅੰਦੋਲਨ ਕਦੋਂ ਸ਼ੁਰੂ ਕੀਤਾ ਜੀ? 3 ਜਨਵਰੀ 1932 ਨੂੰ ਜੀ। ਗਾਂਧੀ ਜੀ ਨੇ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਕੀਤਾ ਸੀ ਜੀ? 8 ਅਗਸਤ 1942 ਨੂੰ ਜੀ। ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਿਸ ਨੇ ਕੀਤੀ? ਸੁਭਾਸ਼ ਚੰਦਰ ਬੋਸ ਜੀ ਨੇ ਜਾਪਾਨ ਦੇ ਵਿੱਚ ਕੀਤੀ ਸੀ ਜੀ। ਦਿੱਲੀ ਚੱਲੋ, ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। ਜੈ ਹਿੰਦ ਨਾਅਰੇ ਕਿਸ ਨੇ ਦਿੱਤੇ ਜੀ? ਸੁਭਾਸ਼ ਚੰਦਰ ਬੋਸ ਨੇ ਜੀ। ਅਗਲਾ ਕੁਐਸਚਨ ਹੈ ਜੀ, ਸੁਭਾਸ਼ ਚੰਦਰ ਬੋਸ ਦੀ ਮੌਤ ਕਦੋਂ ਹੋਈ? 1945 ਈਸਵੀ ਵਿੱਚ ਇੱਕ ਹਵਾਈ ਹਾਦਸੇ ਦੇ ਵਿੱਚ ਹੋਈ ਸੀ ਜੀ। ਕੈਬਨਿਟ ਮਿਸ਼ਨ ਕਦੋਂ ਭਾਰਤ ਆਇਆ? ਕੈਬਨਿਟ ਮਿਸ਼ਨ ਆਇਆ ਸੀ ਜੀ ਮਾਰਚ 1946 ਈਸਵੀ ਵਿੱਚ ਲਾਰਡ ਪੈਥਿਕ ਦੀ ਅਗਵਾਈ ਦੇ ਵਿੱਚ। ਅੰਤਰਿਮ ਕੈਬਨਿਟ ਕਦੋਂ ਅਤੇ ਕਿਸ ਦੀ ਪ੍ਰਧਾਨਗੀ ਹੇਠ ਬਣੀ? ਸਤੰਬਰ 1946 ਈਸਵੀ ਦੇ ਵਿੱਚ ਜਿਹੜੀ ਅੰਤਰਿਮ ਕੈਬਨਿਟ ਹੈ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਬਣੀ ਸੀ ਜੀ। ਮੁਸਲਿਮ ਕਦੋਂ ਅੰਤਰਿਮ ਸਰਕਾਰ ਵਿੱਚ ਸ਼ਾਮਲ ਹੋਏ? 15 ਅਕਤੂਬਰ 1946 ਨੂੰ। ਨੈਕਸਟ ਹੈ ਜੀ, ਮੁਸਲਿਮ ਲੀਗ ਨੇ ਕਦੋਂ ਪਾਕਿਸਤਾਨ ਦੀ ਮੰਗ ਰੱਖੀ? ਤਾਂ ਪਾਕਿਸਤਾਨ ਦੀ ਮੰਗ 23 ਮਾਰਚ 1940 ਨੂੰ ਲਾਹੌਰ ਦੇ ਵਿੱਚ ਮੁਸਲਿਮ ਲੀਗ ਨੇ ਰੱਖੀ ਸੀ ਜੀ। ਭਾਰਤ ਸੁਤੰਤਰਤਾ ਐਕਟ ਕਦੋਂ ਪਾਸ ਕੀਤਾ ਗਿਆ? 18 ਜੁਲਾਈ 1947 ਨੂੰ ਜੀ। ਨੈਕਸਟ ਆਪਣਾ ਲੈਸਨ ਹੈ ਜੀ ਬਸਤੀਵਾਦ ਅਤੇ ਕਬਾਇਲੀ ਸਮਾਜ। ਫਸਟ ਕੁਐਸਚਨ ਹੈ ਜੀ, ਭਾਰਤ ਵਿੱਚ ਰਹਿਣ ਵਾਲੀਆਂ ਆਦਿਵਾਸੀਆਂ ਜਾਤੀਆਂ ਅਤੇ ਉਹਨਾਂ ਦੇ ਖੇਤਰ ਬਾਰੇ ਜਾਣਕਾਰੀ। ਪੁੱਛਿਆ ਜਾ ਸਕਦਾ ਹੈ ਕਿ ਇਹ ਜਾਤੀ ਜਿਹੜੀ ਆਦਿਵਾਸੀ ਜਾਤੀ ਹੈ ਕਿੱਥੇ ਰਹਿੰਦੀ ਹੈ? ਮਣੀਪੁਰ ਦੇ ਵਿੱਚ ਰਹਿੰਦੀ ਹੈ ਜੀ ਮਰਮ ਅਤੇ ਚੀਰੂ, ਅਸਾਮ ਦੇ ਵਿੱਚ ਬੋਡੋਜ਼, ਰਾਜਸਥਾਨ ਦੇ ਵਿੱਚ ਭੀਲ ਅਤੇ ਮੱਧ ਪ੍ਰਦੇਸ਼ ਦੇ ਵਿੱਚ ਗੋਂਡ, ਝਾਰਖੰਡ ਦੇ ਵਿੱਚ ਮੁੰਡਾ ਜੀ। ਕਬਾਇਲੀ ਲੋਕ ਸਭ ਤੋਂ ਜ਼ਿਆਦਾ ਕਿੱਥੇ ਰਹਿੰਦੇ ਸਨ? ਪਹਾੜਾਂ ਅਤੇ ਜੰਗਲਾਂ ਵਿੱਚ। 63% ਲਗਭਗ ਜਿਹੜੇ ਕਬਾਇਲੀ ਲੋਕ ਨੇ ਉੱਥੇ ਰਹਿੰਦੇ ਸੀ ਜੀ। ਬਰਤਾਨਵੀ ਸ਼ਾਸਕਾਂ ਨੇ ਕਬਾਇਲੀ ਖੇਤਰਾਂ ਦੀ ਜ਼ਮੀਨ 'ਤੇ ਕਬਜ਼ਾ ਕਿਉਂ ਕੀਤਾ? ਅਫੀਮ ਅਤੇ ਨੀਲ ਦੀ ਖੇਤੀ ਕਰਨ ਦੇ ਲਈ। ਕਿਹੜੇ ਕਬਾਇਲੀ ਸਮਾਜ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ? ਭੀਲ, ਮੁੰਡਾ, ਗੋਂਡ, ਖਾਸਿਸ ਅਤੇ ਸੰਥਾਲ। ਸੋ ਇਹਨਾਂ ਕਬੀਲਿਆਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਜੀ। ਸਭ ਤੋਂ ਪਹਿਲਾਂ ਕਿਸ ਕਬੀਲੇ ਨੇ ਵਿਦਰੋਹ ਕੀਤਾ? ਖਾਸਿਸ ਕਬੀਲੇ ਨੇ ਜੀ। ਜੈਂਤੀਆਂ ਦੀਆਂ ਪਹਾੜੀਆਂ ਅਤੇ ਗੌਰਵ ਦੀਆਂ ਪਹਾੜੀਆਂ ਦੇ ਵਿੱਚ ਰਹਿੰਦਾ ਜੀ ਇਹ ਕਬੀਲਾ। ਔਰ ਖਾਸਿਸ ਕਬੀਲੇ ਦਾ ਮੋਢੀ ਕੌਣ ਸੀ? ਤੀਰਥ ਸਿੰਘ। ਖਾਸਿਸ ਕਬੀਲੇ ਨੇ ਕਦੋਂ ਅਤੇ ਹੋਰ ਕਿਹੜੇ ਕਬੀਲੇ ਦੀ ਮਦਦ ਨਾਲ ਵਿਦਰੋਹ ਕੀਤਾ? 5 ਮਈ 1829 ਈਸਵੀ ਨੂੰ ਅੰਗਰੇਜ਼ਾਂ ਦੇ ਵਿਰੁੱਧ ਗਾਰੋ ਕਬੀਲੇ ਦੀ ਮਦਦ ਦੇ ਨਾਲ ਖਾਸਿਸ ਕਬੀਲੇ ਨੇ ਵਿਦਰੋਹ ਕੀਤਾ ਸੀ ਜੀ। ਤੀਰਥ ਸਿੰਘ ਨੇ ਕਦੋਂ ਅੰਗਰੇਜ਼ੀ ਸੈਨਾ ਅੱਗੇ ਹਥਿਆਰ ਸੁੱਟੇ? 1833 ਈਸਵੀ ਦੇ ਵਿੱਚ। ਸਿੰਘ ਫੋਸ ਕਬੀਲੇ ਨੇ ਅੰਗਰੇਜ਼ਾਂ ਵਿਰੁੱਧ ਕਦੋਂ ਵਿਦਰੋਹ ਕੀਤਾ? 1839 ਈਸਵੀ ਦੇ ਵਿੱਚ। ਔਰ ਕਰਨਲ ਵਾਈਟ ਦੀ ਜਿਹੜੀ ਉਹਨਾਂ ਨੇ ਹੱਤਿਆ ਕਰ ਦਿੱਤੀ ਸੀ। ਨਾਗਾ ਕਬੀਲੇ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਦੋਂ ਕੀਤਾ? 1844 ਈਸਵੀ ਦੇ ਵਿੱਚ। ਔਰ ਇਹ ਜਿਹੜਾ ਵਿਦਰੋਹ ਹੈ 2-3 ਸਾਲ ਜਾਰੀ ਰਿਹਾ ਸੀ। ਕੂਕੀ ਕਬੀਲੇ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਦੋਂ ਕੀਤਾ? 1826, 1844 ਅਤੇ 1849 ਈਸਵੀ ਦੇ ਵਿੱਚ ਜੀ। ਛੋਟਾ ਨਾਗਪੁਰ ਵਿੱਚ ਕਦੋਂ ਅਤੇ ਕਿਸ ਕਬੀਲੇ ਨੇ ਵਿਦਰੋਹ ਕੀਤਾ? 1820 ਈਸਵੀ ਦੇ ਵਿੱਚ ਕੌਲ ਕਬੀਲੇ ਨੇ ਛੋਟਾ ਨਾਗਪੁਰ ਦੇ ਵਿੱਚ ਜਿਹੜਾ ਵਿਦਰੋਹ ਕੀਤਾ ਸੀ। ਕੌਲ ਕਬੀਲੇ ਨੇ ਕਦੋਂ ਹਥਿਆਰ ਸਿੱਟੇ? 1827 ਈਸਵੀ ਦੇ ਵਿੱਚ। ਛੋਟਾ ਨਾਗਪੁਰ ਦੇ ਮੁੰਡਾ ਕਬੀਲੇ ਨੇ ਕਦੋਂ ਵਿਦਰੋਹ ਕੀਤਾ? 1830-31 ਈਸਵੀ ਦੇ ਵਿੱਚ ਜੀ। ਮੁੰਡਾ ਕਬੀਲੇ ਦਾ ਵਿਦਰੋਹ ਕਿਸ ਇਲਾਕੇ ਵਿੱਚ ਫੈਲਿਆ? ਰਾਂਚੀ, ਹਜ਼ਾਰੀਬਾਗ, ਪਾਲੂਮ ਅਤੇ ਮਨਤੂਤ ਜੀ। ਮੁੰਡਾ ਵਿਦਰੋਹ ਕਦੋਂ ਖਤਮ ਹੋਇਆ? 1832 ਈਸਵੀ ਦੇ ਵਿੱਚ ਜੀ। ਖਰੋਦ ਕਬੀਲੇ ਨੇ ਕਦੋਂ ਵਿਦਰੋਹ ਕੀਤਾ? 1846 ਈਸਵੀ ਦੇ ਵਿੱਚ। ਕੈਪਟਨ ਮੈਕਫਸਨ ਦੇ ਕੈਂਪ 'ਤੇ ਜਿਹੜਾ ਇਹਨਾਂ ਨੇ ਹਮਲਾ ਕੀਤਾ ਸੀ ਜੀ। ਸੰਥਾਲ ਕਬੀਲੇ ਨੇ ਲੋਕਾਂ ਨੇ ਕਦੋਂ ਵਿਦਰੋਹ ਕੀਤਾ? 1855 ਈਸਵੀ ਨੂੰ ਜੀ, ਸਿੱਧੂ ਅਤੇ ਕਨੂੰ ਦੀ ਅਗਵਾਈ ਦੇ ਵਿੱਚ। ਬਿਰਸਾ ਮੁੰਡਾ ਨੇ ਕਦੋਂ ਵਿਦਰੋਹ ਕੀਤਾ? 1899 ਤੋਂ 1900 ਵਿੱਚ ਜਿਹੜਾ ਵਿਦਰੋਹ ਕੀਤਾ ਸੀ ਜੀ ਰਾਂਚੀ ਦੇ ਦੱਖਣੀ ਇਲਾਕੇ ਵਿੱਚ। ਮੁੰਡਾ ਵਿਦਰੋਹ ਦਾ ਕੀ ਪ੍ਰਭਾਵ ਪਿਆ? 1908 ਈਸਵੀ ਦੇ ਵਿੱਚ ਛੋਟਾ ਨਾਗਪੁਰ ਐਕਟ ਜਿਹੜਾ ਪਾਸ ਹੋਇਆ ਔਰ ਛੋਟੇ ਕਿਸਾਨਾਂ ਨੂੰ ਜ਼ਮੀਨ ਦੇ ਹੱਕ ਮਿਲ ਗਏ ਜੀ। ਨੈਕਸਟ ਹੈ ਜੀ ਖੇਤਰੀ ਸੱਭਿਆਚਾਰ ਟੌਪਿਕ। ਮੱਧਕਾਲੀਨ ਯੁੱਗ ਦੌਰਾਨ ਉੱਤਰੀ ਭਾਰਤ ਵਿੱਚ ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ? ਗੁਜਰਾਤੀ, ਬੰਗਾਲੀ ਅਤੇ ਮਰਾਠੀ ਦਾ ਜੀ। ਕੁਐਸਚਨ ਨੰਬਰ 2 ਹੈ ਜੀ, ਚੌਲ ਸ਼ਾਸਕਾਂ ਦੇ ਰਾਜਕਾਲ ਦੌਰਾਨ ਦੱਖਣੀ ਭਾਰਤ ਵਿੱਚ ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ? ਸੰਸਕ੍ਰਿਤ, ਤਾਮਿਲ, ਤੇਲਗੂ ਅਤੇ ਕੰਨੜ ਜੀ। ਨੈਕਸਟ ਹੈ ਜੀ, ਰਮਾਇਣ ਦਾ ਤਾਮਿਲ ਭਾਸ਼ਾ ਵਿੱਚ ਅਨੁਵਾਦ ਕਿਸ ਨੇ ਕੀਤਾ? ਕੰਬਨ ਨੇ।
ਕੁਐਸਚਨ ਨੰਬਰ 4 ਹੈ ਜੀ, ਦਿੱਲੀ ਸਲਤਨਤ ਕਾਲ ਦੌਰਾਨ ਕਿਹੜੀਆਂ ਖੇਤਰੀ ਭਾਸ਼ਾਵਾਂ ਦਾ ਵਿਕਾਸ ਹੋਇਆ? ਹਿੰਦੀ, ਗੁਜਰਾਤੀ, ਮਰਾਠੀ, ਤੇਲਗੂ, ਤਾਮਿਲ ਤੇ ਪੰਜਾਬੀ ਤੇ ਕੰਨੜ ਜੀ। ਕਿਹੜੀਆਂ ਦੋ ਭਾਸ਼ਾਵਾਂ ਦੇ ਸੁਮੇਲ ਨਾਲ ਉਰਦੂ ਹੋਂਦ ਵਿੱਚ ਆਈ? ਹਿੰਦੀ ਤੇ ਫਾਰਸੀ ਦੇ ਸੁਮੇਲ ਨਾਲ ਉਰਦੂ ਹੋਂਦ ਦੇ ਵਿੱਚ ਆਈ ਸੀ ਜੀ। ਕਿਹੜੇ ਕਾਲ ਨੂੰ ਫਾਰਸੀ ਭਾਸ਼ਾ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ? ਮੁਗਲ ਕਾਲ ਨੂੰ, ਕਿਉਂਕਿ ਮੁਗਲ ਜਿਹੜੀ ਕਾਲ ਦੇ ਵਿੱਚ ਫਾਰਸੀ ਭਾਸ਼ਾ ਨੂੰ ਹੁੰਗਾਰਾ ਮਿਲਿਆ ਸੀ ਜੀ, ਇਸ ਕਰਕੇ ਇਸ ਨੂੰ ਜਿਹੜਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ। 1526 ਤੋਂ 1707 ਦਾ ਜਿਹੜਾ ਸਮਾਂ ਜੀ। ਰਾਮਾਇਣ ਅਤੇ ਮਹਾਭਾਰਤ ਦਾ ਫਾਰਸੀ ਵਿੱਚੋਂ ਅਨੁਵਾਦ ਕਿਸ ਨੇ ਕਰਾਇਆ ਜੀ? ਅਕਬਰ ਨੇ। ਨੈਕਸਟ ਹੈ ਜੀ, ਇੰਪੋਰਟੈਂਟ ਹੈ, ਗੀਤ ਗੋਬਿੰਦ ਦੀ ਰਚਨਾ ਕਿਸ ਨੇ ਕੀਤੀ ਸੀ ਜੀ? ਜੈਦੇਵ ਨੇ ਕੀਤੀ ਸੀ, ਜੋ ਕਿ ਬੰਗਾਲ ਦਾ ਰਾਜ ਕਵੀ ਸੀ। ਕਲਹਨ ਦੀ ਪ੍ਰਸਿੱਧ ਪੁਸਤਕ ਕਿਹੜੀ ਹੈ? ਰਾਜ ਤਰੰਗਣੀ ਹੈ ਜੀ, ਔਰ ਇਸ ਦੇ ਵਿੱਚ ਉਸਨੇ ਜਿਹੜਾ ਕਸ਼ਮੀਰ ਦੇ ਇਤਿਹਾਸ ਦਾ ਵਰਣਨ ਕੀਤਾ ਹੈ। ਰਾਜ ਤਰੰਗਣੀ ਦਾ ਸੰਬੰਧ ਕਿਸ ਦੇ ਨਾਲ ਹੈ? ਕਸ਼ਮੀਰ ਦੇ ਇਤਿਹਾਸ ਦੇ ਨਾਲ। ਪ੍ਰਿਥਵੀ ਰਾਜ ਰਾਸੋ ਪੁਸਤਕ ਕਿਸ ਨੇ ਲਿਖੀ? ਚੰਦ ਬਰਦਾਈ ਨੇ। ਵਿਕਰਮੰਕ ਦੇਵ ਚਰਿਤ ਪੁਸਤਕ ਕਿਸ ਨੇ ਲਿਖੀ? ਬਿਲਹਨ ਦੀ ਲਿਖੀ ਹੋਈ ਹੈ ਜੀ। ਚੋਲ ਰਾਜੇ ਵਿਕਰਮਦਿੱਤ ਛੇਵੇਂ ਦੇ ਜੀਵਨ ਬਾਰੇ ਹੈ ਜੀ। ਕ੍ਰਿਸ਼ਨ ਦੇਵ ਰਾਏ ਕੌਣ ਸੀ ਜੀ? ਸੰਸਕ੍ਰਿਤ ਤੇ ਤੇਲਗੂ ਭਾਸ਼ਾ ਦਾ ਪ੍ਰਸਿੱਧ ਕਵੀ ਸੀ। ਅਲ ਮੁਕਤਾ ਮਾਲਦਾ ਪੁਸਤਕ ਜਿਹੜੀ ਇਸਨੇ ਲਿਖੀ ਸੀ ਜੀ। ਅਬੁਲ ਫਜ਼ਲ ਇੰਪੋਰਟੈਂਟ ਹੈ, ਕਿਹੜੀਆਂ ਪੁਸਤਕਾਂ ਸੀ ਜੀ? ਅਕਬਰਨਾਮਾ ਤੇ ਆਇਨੇ ਅਕਬਰੀ, ਜਿਸ ਦੇ ਵਿੱਚ ਅਕਬਰ ਦੇ ਸੰਬੰਧੀ ਸਾਨੂੰ ਜਿਹੜੀ ਪ੍ਰਸ਼ਾਸਨ ਦੀ ਔਰ ਅਕਬਰ ਦੀ ਜਾਣਕਾਰੀ ਮਿਲਦੀ ਹੈ ਜੀ। ਔਰੰਗਜ਼ੇਬ ਨੇ ਕਿਹੜੀ ਪ੍ਰਸਿੱਧ ਪੁਸਤਕ ਲਾਈ? ਫਤਵਾ ਏ ਆਲਮਗੀਰੀ। ਖਾਫੀ ਖਾਨ ਦੀ ਪ੍ਰਸਿੱਧ ਪੁਸਤਕ ਕਿਹੜੀ ਸੀ? ਮੁਤਕਿਫ ਉਲ ਲੁਬਾਬ ਜੀ। ਮੱਧਕਾਲ ਦੌਰਾਨ ਚਿੱਤਰਕਲਾ ਦੀ ਕਿਹੜੀ ਸ਼ੈਲੀ ਦੀ ਵਰਤੋਂ ਕੀਤੀ ਗਈ? ਪਾਲ ਤੇ ਅਪਭ੍ਰੰਸ਼ ਜੀ। ਕਿਹੜੇ ਮੁਗਲ ਬਾਦਸ਼ਾਹ ਚਿੱਤਰਕਲਾ ਵਿੱਚ ਦਿਲਚਸਪੀ ਰੱਖਦੇ ਸਨ? ਬਾਬਰ ਤੇ ਹਮਾਯੂ ਜੀ। ਹਮਾਯੂ ਨੇ ਕਿਹੜੇ ਦੋ ਪ੍ਰਸਿੱਧ ਚਿੱਤਰਕਾਰ ਈਰਾਨ ਤੋਂ ਆਪਣੇ ਨਾਲ ਦਿੱਲੀ ਲਿਆਂਦੇ? ਇਹ ਸੀ ਜੀ ਅਬਦੁਲ ਮਸਦ ਤੇ ਸੈਯਦ ਅਲੀ। ਅਕਬਰ ਦੇ ਦਰਬਾਰ ਦੇ ਦੋ ਪ੍ਰਸਿੱਧ ਚਿੱਤਰਕਾਰਾਂ ਦੇ ਨਾਮ ਦਸਵੰਤ ਤੇ ਬਾਸਵਾਨ ਜੀ। ਜਹਾਂਗੀਰ ਦੇ ਦਰਬਾਰ ਦੇ ਪ੍ਰਸਿੱਧ ਚਿੱਤਰਕਾਰ ਕਿਹੜੇ ਸੀ? ਮਨਸੂਰ ਅਬੁਲ ਹਸਨ ਫਾਰੂਕ ਬੇਗ ਤੇ ਮਾਧਵ ਜੀ। ਮੁਹੰਮਦ ਬਿਨ ਤੁਗਲਕ ਦੇ ਦਰਬਾਰ ਵਿੱਚ ਕਿੰਨੇ ਸੰਗੀਤਕਾਰ ਸਨ? 1200 ਜੀ। ਨੈਕਸਟ ਹੈ ਜੀ, ਸੰਗੀਤ ਸ਼ਾਸਤਰ ਸਿਮਾਮਾ ਅਤੇ ਸੰਗੀਤ ਰਾਜ ਨਾਂ ਦੇ ਦੋ ਗ੍ਰੰਥ ਕਿਸ ਨੇ ਲਿਖੇ? ਬੈਜੂ ਤੇ ਪਾਂਡਵੀ ਨੇ ਜੀ। ਰਾਜਪੂਤ ਰਾਜਾ ਮਾਨ ਸਿੰਘ ਦੇ ਦਰਬਾਰੀ ਸੰਗੀਤਕਾਰ ਸੀ ਜੀ ਇਹ। ਤਾਨਸੈਨ ਕਿਸ ਦਾ ਦਰਬਾਰੀ ਕਵੀ ਸੀ? ਅਕਬਰ ਦਾ। ਸ਼੍ਰੀ ਆਦਿ ਗ੍ਰੰਥ ਦੀ ਰਚਨਾ ਕਿਸ ਨੇ ਕੀਤੀ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਦੇ ਵਿੱਚ। ਉਸ ਤੋਂ ਪਹਿਲਾਂ ਜਿਹੜੇ ਗੁਰੂ ਸਾਹਿਬਾਨ ਹੋਏ ਨੇ ਸਾਰਿਆਂ ਦੀ ਬਾਣੀ ਨੂੰ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਸੀ। ਨੈਕਸਟ ਹੈ ਜੀ ਕੁਐਸਚਨ, ਬਾਬਾ ਫਰੀਦ ਸ਼ਕਰਗੰਜ ਜੀ ਕੌਣ ਸਨ? ਸੂਫੀ ਸੰਤ ਸੀ ਜੀ, ਪੰਜਾਬੀ ਸਾਹਿਤ ਦੇ ਮੋਢੀ ਸੀ, ਔਰ ਉਹਨਾਂ ਨੇ 112 ਸਲੋਕ 4 ਸ਼ਬਦ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਜੋ 1469 ਤੋਂ 1539 ਈਸਵੀ ਉਹਨਾਂ ਦਾ ਸਮਾਂ ਕਾਲ ਹੈ ਜੀ। ਰਚੀਆਂ ਮੁੱਖ ਬਾਣੀਆਂ ਕਿਹੜੀਆਂ ਸੀ? ਜਪਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸ਼ਟ ਤੇ ਬਾਬਰ ਬਾਣੀ ਜੀ। ਅੱਗੇ ਜੀ, ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ? 39 ਵਾਰਾਂ ਦੀ ਰਚਨਾ ਕੀਤੀ, ਜਿਨ੍ਹਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ ਜੀ। ਕੁਐਸਚਨ ਹੈ ਜੀ ਅੱਗੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 1666 ਤੋਂ 1708 ਤੱਕ ਦਾ ਸਮਾਂ ਹੈ ਜੀ ਇਹਨਾਂ ਦਾ। ਪ੍ਰਸਿੱਧ ਰਚਨਾਵਾਂ ਕਿਹੜੀਆਂ ਸੀ ਉਹਨਾਂ ਦੀਆਂ? ਜਾਪ ਸਾਹਿਬ, ਬਚਿੱਤਰ ਨਾਟਕ, ਜਫਰਨਾਮਾ, ਚੰਡੀ ਦੀ ਵਾਰ, ਅਕਾਲ ਉਸਤਤ, ਦਸਮ ਗ੍ਰੰਥ ਦੇ ਵਿੱਚ ਇਹ ਸਾਰੀਆਂ ਦਰਜ ਨੇ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 29, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਰਚਨਾ ਨੂੰ ਪੰਜਾਬੀ ਸਾਹਿਤ ਸਦੀਵੀ ਰਚਨਾ ਕਿਹਾ ਜਾਂਦਾ ਹੈ? ਚੰਡੀ ਦੀ ਵਾਰ ਨੂੰ ਜੀ। ਸ਼ਾਹ ਹੁਸੈਨ ਨੇ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ? 165 ਕਾਫੀਆਂ ਦੀ ਜੀ। ਬੁੱਲੇ ਸ਼ਾਹ 1680 ਤੋਂ ਜਿਹੜਾ ਹੈ 1758 ਈਸਵੀ ਦਾ ਸਮਾਂ ਹੈ ਜੀ ਇਹਨਾਂ ਦਾ। ਕਿਹੜੀਆਂ ਰਚਨਾਵਾਂ ਨੇ? ਕਾਫੀਆਂ, ਸਿਰਫੀਆਂ, ਦੋਹਰੇ, ਅਠਵਾਰਾਂ ਤੇ 12ਵਾਂ ਜੀ। ਦਮੋਦਰ ਕਿਸ ਦਾ ਸਮਕਾਲੀ ਸੀ? ਅਕਬਰ ਦਾ ਸਮਕਾਲੀ ਸੀ ਜੀ। ਔਰ ਲਹਿੰਦੇ ਜਾਂ ਮੁਲਤਾਨੀ ਪੰਜਾਬੀ ਬੋਲੀ ਦੇ ਵਿੱਚ ਹੀਰ ਰਾਂਝੇ ਦੀ ਰਚਨਾ ਕੀਤੀ ਜੀ। ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ਕਿਹੜੀ ਹੈ ਜੀ? ਜੰਗਨਾਮਾ। ਨੈਕਸਟ ਹੈ ਜੀ, ਸੋ ਇਹ ਸੀ ਜੀ ਇੰਪੋਰਟੈਂਟ ਟੌਪਿਕ। ਸੋ ਬਹੁਤ ਸਾਰੇ ਟੌਪਿਕ ਕਵਰ ਹੋ ਗਏ ਨੇ ਜੀ। ਜਿਹੜੇ ਕੋਈ ਰਹਿ ਗਏ ਨੇ ਉਹਦੇ MCQs ਵੀਡੀਓ ਮਿਲ ਜਾਣਗੀਆਂ ਤੁਹਾਨੂੰ ਬਹੁਤ ਜਲਦੀ। ਬਾਕੀ ਦੇ ਥੋੜ੍ਹੇ ਹੀ ਟੌਪਿਕ ਰਹਿ ਗਏ ਨੇ, ਕਾਫੀ ਟੌਪਿਕ ਆਪਣੇ ਇਸ ਵੀਡੀਓ ਦੇ ਵਿੱਚ ਕਵਰ ਹੋ ਗਏ ਨੇ ਜੀ। ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਕਰਨਾ, ਔਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।